ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਪ੍ਰੇਮ ਅਨਮੋਲ ਹੁੰਦਾ ਹੈ ਬਾਣੀ। ਮੈਂ ਹਾਂ ਤੁਹਾਡੀ ਹੋਸਟ ਬਾਣੀ। ਪਿਛਲੇ ਐਪੀਸੋਡ ਵਿੱਚ ਸਵਪਨਿਲ ਨੇ ਆਪਣੇ ਗੀਤਾਂ ਨਾਲ ਮੇਰੇ ਹਿਰਦੇ ਵਿੱਚ ਤਰੰਗਾਂ ਪੈਦਾ ਕੀਤੀਆਂ ਸਨ। ਅੱਜ ਤੁਸੀਂ ਸੁਣੋਗੇ ਮੇਰੇ ਅਵਚੇਤਨ ਮਨ ਦਾ ਇੱਕ ਅਜੀਬ ਸੁਪਨਾ ਅਤੇ ਸਵਪਨਿਲ ਦੇ ਜੀਵਨ ਰੱਖਿਅਕ ਕਾਰਜਾਂ ਦਾ ਸਿਲਸਿਲਾ। ਦੁਸੁਪਨੇ ਦਾ ਰਹੱਸ। ਮੈਨੂੰ ਇੱਕ ਭਿਆਨਕ ਸੁਪਨਾ ਆਇਆ ਜਿਸ ਵਿੱਚ ਅਲਕਾ ਮੈਮ, ਰਾਸ਼ੀਲ, ਸਵਪਨਿਲ, ਕੈਥਰੀਨ ਅਤੇ ਮੈਂ ਘੋੜਿਆਂ ਦੇ ਰੂਪ ਵਿੱਚ ਸੀ। ਮੈਂ ਚੇਤਕ ਅਤੇ ਸਵਪਨਿਲ ਬੈਸਟੀਕ ਨੂੰ ਇੱਕ ਰੈਟਲ ਸਨੇਕ ਨੇ ਡੰਗ ਲਿਆ ਅਤੇ ਅਸੀਂ ਮਾਰੇ ਗਏ। ਇਸ ਬੁਰੇ ਸੁਪਨੇ ਨੇ ਮੇਰੀ ਨੀਂਦ ਤੋੜ ਦਿੱਤੀ। ਮੌਤ ਦਾ ਸਾਥ। ਸਵਪਨਿਲ ਨੂੰ ਮੇਰੀ ਉਦਾਸੀ ਭਾਂਪਦੇ ਦੇਖ ਮੈਂ ਤੁਰੰਤ ਚੇਤਕ, ਜੋ ਗੁੱਸੇਖੋਰ ਘੋੜਾ ਸੀ, ਦੀ ਸਵਾਰੀ ਕਰਨ ਦੀ ਇੱਛਾ ਜਤਾਈ। ਸਵਪਨਿਲ ਦੇ ਸ਼ੱਕ ਜਤਾਉਣ ਤੇ ਮੇਰੇ ਮੂੰਹੋਂ ਸੁਪਨੇ ਦਾ ਅਸਰ ਨਿਕਲ ਪਿਆ, ਅਸੀਂ ਡਿੱਗਾਂਗੇ ਵੀ ਤਾਂ ਸਾਥ ਹੀ ਡਿੱਗਾਂਗੇ। ਲਾਈਵ ਓਕ ਦਾ ਕਰਤੱਵ। ਜੰਗਲ ਵਿੱਚ ਸਵਪਨਿਲ ਨੇ ਆਪਣੀ ਇੱਕ ਹੋਰ ਅਨੋਖੀ ਕਲਾ ਦਿਖਾਈ, ਬਾਂਦਰ ਵਾਂਗ ਰੁੱਖ ਤੇ ਚੜ੍ਹਨਾ। ਮੈਂ ਹੈਰਾਨ ਸੀ ਕਿ ਅਮਰੀਕਾ ਦਾ ਇਹ ਅਮੀਰ ਲੜਕਾ ਭਾਰਤ ਦੇ ਪਿੰਡਾਂ ਦੇ ਮੁੰਡਿਆਂ ਵਰਗਾ ਹੁਨਰ ਕਿਵੇਂ ਜਾਣਦਾ ਹੈ। ਰੈਟਲ ਸਨੇਕ ਦਾ ਹਮਲਾ। ਅਚਾਨਕ ਸਵਪਨਿਲ ਰੁੱਖ ਤੋਂ ਹੇਠਾਂ ਕੁੱਦਿਆ, ਮੇਰੀ ਬਾਂਹ ਫੜੀ ਅਤੇ ਮੈਨੂੰ ਆਪਣੀਆਂ ਬਾਹਾਂ ਵਿੱਚ ਖਿੱਚ ਲਿਆ। ਮੇਰੇ ਪਿੱਛੇ ਇੱਕ ਜ਼ਹਿਰੀਲਾ ਰੈਟਲ ਸਨੇਕ ਸੀ। ਜੀਵਨ ਰੱਖਿਅਕ। ਇਹ 8ਵੀਂ ਵਾਰ ਸੀ ਜਦੋਂ ਸਵਪਨਿਲ ਨੇ ਮੈਨੂੰ ਬਚਾਇਆ। ਮੇਰੇ ਮਨ ਵਿੱਚ ਰੋਸ ਦੀ ਜਗ੍ਹਾ ਸ਼ੁਕਰਗੁਜ਼ਾਰੀ ਅਤੇ ਪ੍ਰੇਮ ਦੇ ਭਾਵਾਂ ਨੇ ਲੈ ਲਈ। ਮੈਂ ਉਸ ਦੀਆਂ ਬਾਹਾਂ ਦੇ ਘੇਰੇ ਵਿੱਚ ਰਹੀ ਅਤੇ ਧੰਨਵਾਦ ਦਿੱਤਾ। ਥੈਂਕ ਯੂ ਸਵਪਨਿਲ। ਰੈਟਲ ਸਨੇਕ ਨੂੰ ਹੀ ਤੁਸੀਂ ਜ਼ਹਿਰੀਲਾ ਸੱਪ ਦੱਸਿਆ ਹੈ ਨਾ। ਮੋਢਿਆਂ ਤੇ ਚੜਾਈ। ਮੈਂ ਸਵਪਨਿਲ ਨਾਲ ਜ਼ਿੱਦ ਕੀਤੀ ਕਿ ਉਹ ਮੈਨੂੰ ਟਾਹਣੀ ਤੇ ਚੜ੍ਹਨ ਵਿੱਚ ਮਦਦ ਕਰੇ। ਸਵਪਨਿਲ ਨੇ ਚੇਤਕ ਨੂੰ ਟਾਹਣੀ ਦੇ ਹੇਠਾਂ ਖੜ੍ਹਾ ਕੀਤਾ ਅਤੇ ਮੈਂ ਉਸ ਦੇ ਮੋਢੇ ਤੇ ਖੜੇ ਹੋ ਕੇ ਰੁੱਖ ਤੇ ਚੜ੍ਹਨ ਵਿੱਚ ਸਫਲ ਹੋ ਗਈ। ਸਰਵਗਿਆਨੀ ਸਵਪਨਿਲ। ਮੈਂ ਉਸ ਦੀ ਬਹੁਮੁਖੀ ਪ੍ਰਤਿਭਾ ਤੋਂ ਹੈਰਾਨ ਸੀ। ਮੈਂ ਸੋਚਦੀ ਹਾਂ, ਤੁਹਾਨੂੰ ਕਿਹੜੇ ਵਿਸ਼ੇ ਵਿੱਚ ਜਾਣਕਾਰੀ ਜਾਂ ਮੁਹਾਰਤ ਨਹੀਂ ਹੈ। ਹੁਣ ਸਭ ਤੋਂ ਵੱਡਾ ਸਵਾਲ। ਸਵਪਨਿਲ ਨੇ ਮੇਰੇ ਨਾਲ ਵਾਅਦਾ ਕੀਤਾ ਹੈ ਕਿ ਉਹ ਆਪਣੀ ਲੰਬੀ ਕਹਾਣੀ ਸੁਣਾਏਗਾ, ਪਰ ਇੱਕ ਸ਼ਰਤ ਤੇ। ਸਵਪਨਿਲ ਦੀ ਸ਼ਰਤ। ਉਹ ਪੁੱਛ ਰਿਹਾ ਹੈ, ਮੇਰੀ ਸੁਣਨ ਤੋਂ ਬਾਅਦ ਕੀ ਤੁਸੀਂ ਆਪਣੇ ਬਾਰੇ ਮੈਨੂੰ ਉਹ ਸਭ ਦੱਸਣਾ ਚਾਹੋਗੇ ਜੋ ਕੋਈ ਲੜਕੀ ਆਪਣੀ ਭਰੋਸੇਮੰਦ ਸਹੇਲੀ ਨੂੰ ਬਿਨਾਂ ਝਿਜਕ ਦੱਸਦੀ ਹੈ। ਉਹ ਮੇਰੇ ਉਹ ਰਾਜ਼ ਜਾਣਨਾ ਚਾਹੁੰਦਾ ਹੈ ਜੋ ਰਾਸ਼ੀਲ ਵੀ ਨਹੀਂ ਜਾਣਦੀ। ਦੁਸੁਪਨੇ ਦਾ ਡਰ। ਰੈਟਲ ਸਨੇਕ ਦਾ ਖਤਰਾ ਅਤੇ ਇੱਕ ਗੁਪਤ ਸ਼ਰਤ। ਕੀ ਮੈਂ ਸਵਪਨਿਲ ਦੇ ਸਾਹਮਣੇ ਆਪਣੇ ਸਾਰੇ ਰਾਜ਼ ਖੋਲ ਦਿਆਂਗੀ। ਸਰਵਗਿਆਨੀ ਪ੍ਰੇਮੀ ਅਤੇ ਅਵਿਸ਼ਵਾਸਯੋਗ ਗੁਪਤਤਾ ਦੀ ਖੇਡ। ਪ੍ਰੇਮ ਅਨਮੋਲ ਹੁੰਦਾ ਹੈ ਬਾਣੀ ਵਿੱਚ ਤੁਸੀਂ ਸੁਣੋਗੇ ਐਪੀਸੋਡ 45, ਚੇਤਕ ਤੇ ਸਵਾਰੀ, ਰੈਟਲ ਸਨੇਕ ਦਾ ਆਲਿੰਗਨ ਅਤੇ ਮੇਰੀ ਭਾਵਨਾ ਦਾ ਰਾਜ਼। ਇਹ ਸ਼ਾਇਦ ਮੇਰੀ ਹੁਣ ਤੱਕ ਦੀ ਜ਼ਿੰਦਗੀ ਅਤੇ ਪਿਛਲੇ ਦਿਨਾਂ ਵਿੱਚ ਸਵਪਨਿਲ ਨਾਲ ਹੋ ਰਹੇ ਘਟਨਾਕ੍ਰਮ ਦਾ ਮੇਰੇ ਅਵਚੇਤਨ ਤੇ ਪ੍ਰਭਾਵ ਹੈ। ਉਸ ਰਾਤ ਤੀਜੇ ਪਹਿਰ ਮੈਨੂੰ ਅਜੀਬ ਸੁਪਨਾ ਆਇਆ। ਮੈਂ ਅਲਕਾ ਮੈਮ, ਰਾਸ਼ੀਲ, ਸਵਪਨਿਲ, ਕੈਥਰੀਨ ਅਤੇ ਖੁਦ ਆਪਣੇ ਆਪ ਨੂੰ ਘੋੜਿਆਂ ਦੇ ਰੂਪ ਵਿੱਚ ਦੇਖ ਰਹੀ ਹਾਂ। ਮੈਮ ਅਤੇ ਮੈਂ ਸਟੈਲੀਅਨ ਹਾਂ। ਸਾਡੇ ਨਾਮ ਕਰਮਵਾਰ ਨਾਟਯ, ਰੰਭ ਅਤੇ ਚੇਤਕ ਹਨ, ਜਦਕਿ ਰਾਸ਼ੀਲ, ਕੈਥਰੀਨ ਅਤੇ ਸਵਪਨਿਲ ਸਭ ਮੇਅਰ ਹਨ। ਇਹਨਾਂ ਦੇ ਨਾਮ ਕਰਮਵਾਰ ਅਸ਼ਵੀ, ਕੈਥੀ ਅਤੇ ਬੈਸਟੀ ਹਨ। ਸਾਨੂੰ ਰਾਜਾ ਦੀ ਘੋੜਸਾਲ ਵਿੱਚ ਬਹੁਤ ਪਿਆਰ ਨਾਲ ਰੱਖਿਆ ਜਾਂਦਾ ਹੈ। ਅਸੀਂ ਸਭ ਘੋੜੇ ਪ੍ਰੇਮ ਨਾਲ ਰਹਿੰਦੇ ਹਾਂ। ਮੈਮ, ਨਾਟਯ, ਰੰਭ ਅਤੇ ਮੈਂ ਚੇਤਕ ਦੇ ਰੂਪ ਵਿੱਚ ਰਾਜਾ ਰਾਣੀ ਦੇ ਰੱਥ ਵਿੱਚ ਜੋਤੇ ਜਾਂਦੇ ਹਾਂ, ਜਦਕਿ ਅਸ਼ਵੀ, ਕੈਥੀ ਅਤੇ ਬੈਸਟੀ ਸਾਡੇ ਪ੍ਰੇਮ ਮਿਲਾਪ ਨਾਲ ਬੱਚੇ ਪੈਦਾ ਕਰਦੀਆਂ ਹਨ। ਇੱਕ ਰਾਤ ਘੋੜਸਾਲ ਵਿੱਚ ਰੈਟਲ ਸਨੇਕ ਆ ਗਿਆ ਸੀ। ਉਸਨੇ ਮੈਨੂੰ, ਚੇਤਕ ਅਤੇ ਸਵਪਨਿਲ ਬੈਸਟੀ ਨੂੰ ਡੰਗ ਲਿਆ, ਜਿਸ ਨਾਲ ਅਸੀਂ ਇੱਕ ਹੀ ਰਾਤ ਅਚਾਨਕ ਮਾਰੇ ਗਏ। ਇਸ ਤਰ੍ਹਾਂ ਸ਼ੁਰੂ ਵਿੱਚ ਮਿੱਠਾ ਲੱਗ ਰਿਹਾ ਇਹ ਸੁਪਨਾ ਦੁਸੁਪਨਾ ਬਣ ਗਿਆ ਹੈ। ਡਰ ਦੀ ਜ਼ਿਆਦਾ ਹੋਣ ਕਾਰਨ ਮੇਰੀ ਨੀਂਦ ਟੁੱਟ ਗਈ। ਮੈਨੂੰ ਅਹਿਸਾਸ ਹੋਇਆ ਕਿ ਇਹ ਸਿਰਫ ਸੁਪਨਾ ਸੀ। ਤਦ ਮੇਰੀ ਤੇਜ਼ ਚੱਲਦੀ ਦਿਲ ਦੀ ਧੜਕਣ ਅਤੇ ਸਾਹ ਆਮ ਹੋਣ ਲੱਗੇ ਅਤੇ ਮੈਨੂੰ ਥੋੜੀ ਸ਼ਾਂਤੀ ਮਿਲੀ। ਮੈਂ ਸਾਈਡ ਟੇਬਲ ਤੇ ਰੱਖੇ ਗਲਾਸ ਦਾ ਪਾਣੀ ਪੀ ਲਿਆ। ਮੈਂ ਵਾਪਸ ਸੌਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਨੀਂਦ ਨਹੀਂ ਆ ਰਹੀ। ਮੈਂ ਇਸ ਸੁਪਨੇ ਦਾ ਕੀ ਅਰਥ ਹੋ ਸਕਦਾ ਹੈ, ਉਸ ਬਾਰੇ ਸੋਚਦੀ ਰਹੀ। ਮੈਂ ਅਜਿਹੇ ਅਜੀਬ ਸੁਪਨੇ ਦੀ ਗੱਲ ਕਿਸੇ ਨੂੰ ਕਹਾਂਗੀ ਤਾਂ ਸਭ ਮੇਰੇ ਤੇ ਹੱਸਣਗੇ। ਮੈਂ ਤੈਅ ਕੀਤਾ ਕਿ ਇਸ ਸੁਪਨੇ ਬਾਰੇ ਮੈਂ ਕਿਸੇ ਨੂੰ ਕੁਝ ਨਹੀਂ ਦੱਸਾਂਗੀ। ਸਵਪਨਿਲ ਜੋ ਅਜੇ ਮੇਰੇ ਨਾਲ ਹੈ, ਉਸ ਨੂੰ ਵੀ ਨਹੀਂ। ਬੁਰੇ ਸੁਪਨੇ ਕਾਰਨ ਬ੍ਰੇਕਫਾਸਟ ਕਰਦੇ ਸਮੇਂ ਮੈਂ ਚੁੱਪ ਹਾਂ। ਸਵਪਨਿਲ ਨੇ ਮੇਰੀ ਉਦਾਸੀ ਭਾਂਪ ਲਈ ਹੈ।
ਬਾਣੀ ਕੀ ਗੱਲ ਹੈ, ਉਦਾਸ ਜਿਹੀ ਦਿਖ ਰਹੀ ਹੋ। ਸ਼ਾਇਦ ਉਸ ਨੂੰ ਭੁਲੇਖਾ ਹੋਇਆ ਹੈ ਕਿ ਮੇਰੀ ਉਦਾਸੀ ਦਾ ਕਾਰਨ ਉਸ ਦਾ ਕੋਈ ਵਿਵਹਾਰ ਹੈ। ਇਸ ਦਾ ਜਵਾਬ ਮੈਂ ਨਹੀਂ ਦੇਣਾ ਚਾਹੁੰਦੀ। ਸਵਪਨਿਲ, ਮੈਂ ਅੱਜ ਚੇਤਕ ਦੀ ਸਵਾਰੀ ਕਰਨਾ ਚਾਹੁੰਦੀ ਹਾਂ। ਮੈਂ ਦੂਜੀ ਗੱਲ ਕਹੀ ਹੈ। ਮੇਰੀ ਇੱਛਾ ਪ੍ਰਗਟ ਕਰਨ ਨਾਲ ਉਸ ਦਾ ਭੁਲੇਖਾ ਦੂਰ ਹੋ ਗਿਆ ਹੈ। ਉਹ ਬਹੁਤ ਤੇਜ਼ ਭੱਜਦਾ ਹੈ, ਥੋੜਾ ਗੁੱਸੇਖੋਰ ਵੀ ਹੈ। 1 ਸਾਲ ਪਹਿਲਾਂ ਉਸਨੇ ਮੰਮੀ ਨੂੰ ਡੇਗ ਵੀ ਦਿੱਤਾ ਸੀ। ਦੱਸਦੇ ਹੋਏ ਸਵਪਨਿਲ ਫਿਕਰਮੰਦ ਲੱਗ ਰਿਹਾ ਹੈ। ਨਹੀਂ, ਮੈਨੂੰ ਉਸ ਦੀ ਸਵਾਰੀ ਕਰਨੀ ਹੀ ਹੈ। ਕੀ ਤੁਸੀਂ ਵੀ ਉਸ ਨੂੰ ਕਾਬੂ ਕਰ ਸਕੋਗੇ? ਮੈਂ ਉਸ ਨੂੰ ਕੁਝ ਹੋਰ ਕਹਿਣ ਦਾ ਮੌਕਾ ਨਹੀਂ ਦਿੱਤਾ। ਇਕੱਲੇ ਵਿੱਚ ਮੈਨੂੰ ਮੁਸ਼ਕਿਲ ਨਹੀਂ ਹੁੰਦੀ। ਤੁਹਾਡੇ ਨਾਲ ਸਵਾਰੀ ਕਰਨ ਵਿੱਚ ਮੈਂ ਚੇਤਕ ਤੇ ਕੰਟਰੋਲ ਕਰ ਸਕਾਂਗਾ। ਮੈਨੂੰ ਇਸ ਵਿੱਚ ਸ਼ੱਕ ਹੈ। ਸਵਪਨਿਲ ਨੇ ਮੇਰੇ ਨਾਲ ਸਵਾਰੀ ਦੇ ਸੁੱਖ ਲਈ ਕੋਈ ਕਾਹਲੀ ਨਹੀਂ ਦਿਖਾਈ। ਸੁਪਨੇ ਦੇ ਅਨੁਸਾਰ ਪਿਛਲੇ ਕਿਸੇ ਜਨਮ ਵਿੱਚ ਅਸੀਂ ਨਾਲ ਮਰ ਚੁੱਕੇ ਹਾਂ। ਮੈਨੂੰ ਚਿੰਤਾ ਨਹੀਂ ਹੈ। ਅਸੀਂ ਡਿੱਗਾਂਗੇ ਵੀ ਤਾਂ ਨਾਲ ਹੀ ਡਿੱਗਾਂਗੇ। ਮੇਰੇ ਸ਼ਬਦਾਂ ਵਿੱਚ ਮੇਰੇ ਸੁਪਨੇ ਦਾ ਅਸਰ ਹੈ। ਕੁਝ ਦੇਰ ਬਾਅਦ ਅਸੀਂ ਚੇਤਕ ਤੇ ਇਕੱਠੇ ਸਵਾਰ ਹਾਂ। ਚੇਤਕ ਬਹੁਤ ਤੇਜ਼ ਰਫ਼ਤਾਰ ਨਾਲ ਦੌੜ ਰਿਹਾ ਹੈ। ਅਸੀਂ ਉਸ ਦੀ ਪਿੱਠ ਤੇ ਨਾਲ ਉਛਲਦੇ ਅਤੇ ਬੈਠ ਜਾਂਦੇ ਹਾਂ। 30 ਮਿੰਟ ਦੀ ਦੌੜ ਵਿੱਚ ਮਿਲੇ ਆਨੰਦ ਨਾਲ ਮੇਰੇ ਮਨ ਤੋਂ ਦੁਸੁਪਨੇ ਦਾ ਅਸਰ ਦੂਰ ਹੋ ਗਿਆ ਹੈ। ਅਸੀਂ ਜੰਗਲ ਵਿੱਚ ਇੱਕ ਵਿਸ਼ਾਲ ਰੁੱਖ ਦੀ ਛਾਂ ਹੇਠ ਬੈਠੇ ਹਾਂ। ਮੈਨੂੰ ਲੱਗ ਰਿਹਾ ਹੈ ਸਵਪਨਿਲ ਹੁਣ ਕੱਲ ਅਧੂਰੀ ਰਹਿ ਗਈ ਗੱਲ ਅੱਗੇ ਵਧਾਏਗਾ। ਬਾਣੀ, ਇਹ ਲਾਈਵ ਓਕ ਦਾ ਰੁੱਖ ਹੈ। ਅਜੇ ਮੇਰਾ ਇਸ ਤੇ ਚੜ੍ਹਨ ਨੂੰ ਜੀ ਕਰ ਰਿਹਾ ਹੈ। ਸਵਪਨਿਲ ਕੋਲ ਹਰ ਥਾਂ ਤੇ ਅਨੋਖਾ ਕੁਝ ਕਰਨ ਦੀ ਚਾਹਤ ਰਹਿੰਦੀ ਹੈ। ਕੀ ਤੁਸੀਂ ਇਹ ਕੰਮ ਵੀ ਕਰ ਲੈਂਦੇ ਹੋ? ਮੈਂ ਹੈਰਾਨੀ ਨਾਲ ਉਸ ਦਾ ਮੂੰਹ ਤੱਕ ਰਹੀ ਹਾਂ। ਇਹ ਤੁਸੀਂ ਆਪ ਹੀ ਦੇਖ ਲਓ, ਹੱਸ ਕੇ ਕਹਿੰਦੇ ਹੋਏ ਉਸਨੇ ਆਪਣੇ ਜੁੱਤੇ ਉਤਾਰ ਦਿੱਤੇ ਹਨ। ਉਹ ਰੁੱਖ ਤੇ ਬਾਂਦਰ ਵਾਂਗ ਚੜ੍ਹਨ ਲੱਗਾ ਹੈ। ਉਹ ਕਦੇ ਇਸ ਟਾਹਣੀ, ਕਦੇ ਉਸ ਟਾਹਣੀ ਕੁੱਦ ਵੀ ਰਿਹਾ ਹੈ। ਮੈਨੂੰ ਹੈਰਾਨੀ ਹੋ ਰਹੀ ਹੈ ਕਿ ਅਮਰੀਕਾ ਦੇ ਇੱਕ ਅਮੀਰ ਪਰਿਵਾਰ ਦਾ ਇਹ ਲੜਕਾ ਭਾਰਤ ਦੇ ਪਿੰਡਾਂ ਦੇ ਮੁੰਡਿਆਂ ਵਰਗੇ ਹੁਨਰ ਵੀ ਜਾਣਦਾ ਹੈ। ਅਚਾਨਕ ਉਹ ਟਾਹਣੀ ਤੋਂ ਹੇਠਾਂ ਕੁੱਦ ਪਿਆ। ਮੈਂ ਕੁਝ ਸਮਝ ਪਾਉਂਦੀ ਉਸ ਤੋਂ ਪਹਿਲਾਂ ਹੀ ਉਸਨੇ ਮੇਰੀ ਬਾਹ ਫੜੀ ਅਤੇ ਮੈਨੂੰ ਆਪਣੀ ਵੱਲ ਖਿੱਚ ਲਿਆ, ਜਿਸ ਨਾਲ ਮੈਂ ਉਸ ਦੀਆਂ ਬਾਹਾਂ ਵਿੱਚ ਆ ਗਈ ਹਾਂ। ਉਸਨੇ ਦੂਜੀ ਤਰਫ ਉਂਗਲ ਦਿਖਾਈ। ਮੈਂ ਉਸ ਪਾਸੇ ਦੇਖਿਆ। ਉੱਥੇ ਇੱਕ ਸੱਪ ਲਹਿਰਾਉਂਦਾ ਹੋਇਆ ਸਾਡੇ ਤੋਂ ਦੂਰ ਜਾ ਰਿਹਾ ਹੈ। ਇਹ ਰੈਟਲ ਸਨੇਕ ਹੈ। ਇਹ ਤੁਹਾਡੇ ਪਿੱਛੇ ਆ ਗਿਆ ਸੀ। ਹੜਬੜਾਹਟ ਵਿੱਚ ਤੁਹਾਡਾ ਪੈਰ ਇਸ ਤੇ ਪੈ ਜਾਂਦਾ ਤਾਂ ਇਹ ਤੁਹਾਨੂੰ ਡੰਗ ਸਕਦਾ ਸੀ। ਇਸ ਤੋਂ ਬਚਣ ਲਈ ਮੈਂ ਬਿਨਾਂ ਕੁਝ ਕਹੇ ਹੀ ਤੁਹਾਡਾ ਬਚਾਅ ਕੀਤਾ ਹੈ। ਸਵਪਨਿਲ ਸਫਾਈ ਦੇ ਰਿਹਾ ਹੈ। ਪਹਿਲਾਂ ਮੈਂ ਹੈਰਾਨੀ ਅਤੇ ਗੁੱਸੇ ਨਾਲ ਸਵਪਨਿਲ ਦੇ ਕੁੱਦਣ ਨੂੰ ਉਸ ਦੀ ਖੇਡ ਦਾ ਹਿੱਸਾ ਸਮਝ ਰਹੀ ਸੀ। ਹੁਣ ਮੈਨੂੰ ਸਮਝ ਆ ਗਿਆ ਹੈ, ਉਸਨੇ ਮੈਨੂੰ ਮੁਸੀਬਤ ਵਿੱਚ ਪੈਣ ਤੋਂ ਬਚਾਇਆ ਹੈ। ਹੁਣ ਮੇਰੇ ਮਨ ਵਿੱਚ ਉਸ ਦੇ ਪ੍ਰਤੀ ਰੋਸ ਦੀ ਜਗ੍ਹਾ ਸ਼ੁਕਰਗੁਜ਼ਾਰੀ ਅਤੇ ਪ੍ਰੇਮ ਦੇ ਭਾਵਾਂ ਨੇ ਲੈ ਲਈ ਹੈ। ਸਵਪਨਿਲ ਕਈ ਮੌਕਿਆਂ ਤੇ ਮੇਰੀ ਜਾਨ ਬਚਾਉਣ ਵਾਲਾ ਬਣਿਆ ਹੈ। ਮੈਂ ਅਜੇ ਵੀ ਉਸ ਦੀਆਂ ਬਾਹਾਂ ਦੇ ਘੇਰੇ ਵਿੱਚ ਹਾਂ। ਉਸ ਦਾ ਇਸ ਤੇ ਧਿਆਨ ਨਹੀਂ ਹੈ। ਮੈਂ ਵੀ ਉਸ ਦੇ ਆਲਿੰਗਨ ਤੋਂ ਮੁਕਤ ਹੋਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਥੈਂਕ ਯੂ ਸਵਪਨਿਲ। ਰੈਟਲ ਸਨੇਕ ਨੂੰ ਹੀ ਤੁਸੀਂ ਜ਼ਹਿਰੀਲਾ ਸੱਪ ਦੱਸਿਆ ਹੈ ਨਾ? ਮੈਂ ਮਿਠਾਸ ਨਾਲ ਕਿਹਾ ਹੈ। ਜ਼ਹਿਰੀਲਾ ਹੋਣ ਤੇ ਵੀ ਇਹ ਸਾਨੂੰ ਕੋਈ ਨੁਕਸਾਨ ਤਦ ਹੀ ਪਹੁੰਚਾਉਂਦਾ ਹੈ ਜਦੋਂ ਇਸ ਨੂੰ ਸਾਡੇ ਤੋਂ ਖਤਰਾ ਮਹਿਸੂਸ ਹੁੰਦਾ ਹੈ। ਇਸ ਲਈ ਤੁਹਾਨੂੰ ਬਿਨਾਂ ਦੱਸੇ ਮੈਨੂੰ ਅਜਿਹਾ ਕਰਨਾ ਪਿਆ। ਸੌਰੀ। ਇਹ ਕਹਿਣ ਦੇ ਨਾਲ ਉਸ ਦਾ ਧਿਆਨ ਮੇਰੇ ਉਸ ਦੇ ਆਲਿੰਗਨ ਵਿੱਚ ਹੋਣ ਤੇ ਗਿਆ। ਵਾਰ-ਵਾਰ ਅਜਿਹਾ ਕਿਉਂ ਹੋ ਜਾਂਦਾ ਹੈ ਸੋਚਦੇ ਹੋਏ ਮੈਨੂੰ ਸ਼ਰਮ ਆ ਗਈ। ਉਸਨੇ ਫਿਰ ਸੌਰੀ ਕਹਿੰਦੇ ਹੋਏ ਮੈਨੂੰ ਆਲਿੰਗਨ ਮੁਕਤ ਕੀਤਾ। ਸਫਾਈ ਦੀ ਲੋੜ ਨਹੀਂ, ਮੈਂ ਸਮਝ ਰਹੀ ਹਾਂ। ਧੰਨਵਾਦ ਤੁਹਾਡਾ। ਮੈਂ ਉਸ ਦੀ ਸ਼ਰਮਿੰਦਗੀ ਦੂਰ ਕਰਨ ਲਈ ਹੱਸਦੇ ਹੋਏ ਕਿਹਾ ਹੈ। ਸਵਪਨਿਲ, ਹੁਣ ਤੁਸੀਂ ਪਿਛਲੀ ਰਾਤ ਦੀ ਅਧੂਰੀ ਰਹੀ ਗੱਲ ਪੂਰੀ ਦੱਸੋ ਅਤੇ ਇਸ ਦੌਰਾਨ ਜੰਗਲ ਵਿੱਚ ਸਾਡੇ ਤੇ ਕੋਈ ਖਤਰਾ ਨਾ ਰਹੇ, ਇਸ ਲਈ ਰੁੱਖ ਦੀ ਇਸ ਹੇਠਲੀ ਟਾਹਣੀ ਤੇ ਮੈਨੂੰ ਵੀ ਆਪਣੇ ਨਾਲ ਚੜ੍ਹਨ ਵਿੱਚ ਮਦਦ ਕਰੋ। ਮੈਂ ਛੋਟੇ ਬੱਚਿਆਂ ਵਾਂਗ ਕਹਿ ਰਹੀ ਹਾਂ। ਸਵਪਨਿਲ ਦੇ ਟਾਹਣੀਆਂ ਤੇ ਚੜ੍ਹਨ ਦਾ ਕਰਤੱਵ ਦੇਖ ਕੇ ਹੁਣ ਮੈਂ ਵੀ ਰੁੱਖ ਤੇ ਚੜ੍ਹਨਾ ਚਾਹੁੰਦੀ ਹਾਂ। ਸਵਪਨਿਲ ਨੇ ਕੁਝ ਪਲ ਵਿਚਾਰ ਕੀਤਾ। ਉਸਨੇ ਚੇਤਕ ਨੂੰ ਪੁਚਕਾਰ ਕੇ ਉਸ ਟਾਹਣੀ ਦੇ ਹੇਠਾਂ ਖੜਾ ਕੀਤਾ। ਉਸਨੇ ਪਹਿਲਾਂ ਵਾਂਗ ਮਦਦ ਕਰਦੇ ਹੋਏ ਮੈਨੂੰ ਚੇਤਕ ਤੇ ਬਿਠਾ ਦਿੱਤਾ। ਮੇਰੇ ਪਿੱਛੇ ਖੁਦ ਵੀ ਚੇਤਕ ਤੇ ਚੜ੍ਹ ਕੇ ਬੈਠ ਗਿਆ। ਮੈਨੂੰ ਸਮਝ ਨਹੀਂ ਆਇਆ ਇਹ ਕੀ ਹੋ ਰਿਹਾ ਹੈ। ਬਾਣੀ, ਤੁਸੀਂ ਮੇਰੇ ਸਿਰ ਦੇ ਦੋਵੇਂ ਪਾਸੇ ਪੈਰ ਕਰਦੇ ਹੋਏ ਮੇਰੇ ਮੋਢੇ ਤੇ ਬੈਠ ਜਾਓ, ਉਸਨੇ ਨਿਰਦੇਸ਼ ਦਿੰਦੇ ਹੋਏ ਕਿਹਾ ਹੈ। ਹੁਣ ਤੱਕ ਮੈਨੂੰ ਉਸ ਦਾ ਆਈਡੀਆ ਸਮਝ ਆ ਗਿਆ ਹੈ।
ਮੈਂ ਉਹੀ ਕੀਤਾ ਹੈ। ਮੈਂ ਉਸਦੇ ਮੋਢੇ ਤੇ ਬੈਠ ਗਈ ਹਾਂ। ਇਸ ਨਾਲ ਮੇਰੇ ਹੱਥ ਹੁਣ ਥੋੜੀ ਕੋਸ਼ਿਸ਼ ਕਰਨ ਤੇ ਟਾਹਣੀ ਨੂੰ ਛੂਹ ਸਕਦੇ ਹਨ। ਹੁਣ ਤੁਹਾਨੂੰ ਟਾਹਣੀ ਨੂੰ ਫੜ ਕੇ ਮੇਰੇ ਮੋਢਿਆਂ ਤੇ ਖੜੇ ਹੋਣਾ ਹੈ। ਫਿਰ ਹੌਲੀ ਜਿਹੇ ਟਾਹਣੀ ਨੂੰ ਹੇਠਾਂ ਵੱਲ ਦਬਾ ਕੇ ਉਸ ਤੇ ਬੈਠਣ ਦੀ ਕੋਸ਼ਿਸ਼ ਕਰਨੀ ਹੈ, ਸਵਪਨਿਲ ਨੇ ਨਿਰਦੇਸ਼ ਦਿੱਤਾ ਹੈ। ਮੈਂ ਟਾਹਣੀ ਨੂੰ ਫੜ ਕੇ ਡਰਦੇ ਸਵਪਨਿਲ ਦੇ ਮੋਢਿਆਂ ਤੇ ਖੜੀ ਹੋਈ ਹਾਂ। ਫਿਰ ਮੈਨੂੰ ਥੋੜੀ ਮੁਸ਼ਕਿਲ ਤਾਂ ਹੋਈ, ਪਰ ਮੈਂ ਟਾਹਣੀ ਤੇ ਬੈਠਣ ਵਿੱਚ ਸਫਲ ਹੋ ਗਈ ਹਾਂ। ਸ਼ਾਬਾਸ਼ ਬਾਣੀ, ਕੀ ਹੁਣ ਤੁਸੀਂ ਚੰਗੀ ਤਰ੍ਹਾਂ ਬੈਠ ਗਏ ਹੋ? ਉਹ ਹੇਠਾਂ ਤੋਂ ਮੇਰੇ ਵੱਲ ਦੇਖਦੇ ਹੋਏ ਤਸੱਲੀ ਕਰਨਾ ਚਾਹੁੰਦਾ ਹੈ। ਫਿਕਰ ਨਾ ਕਰੋ ਸਵਪਨਿਲ, ਇਹ ਬਿਲਕੁਲ ਪਰਫੈਕਟ ਹੈ। ਮੈਂ ਇਸ ਨਵੇਂ ਹੁਨਰ ਤੋਂ ਬਹੁਤ ਖੁਸ਼ ਹਾਂ। ਸਵਪਨਿਲ ਚੇਤਕ ਤੋਂ ਹੇਠਾਂ ਉਤਰਿਆ ਹੈ। ਉਹ ਰੁੱਖ ਤੇ ਚੜ੍ਹ ਕੇ ਟਾਹਣੀ ਵਿੱਚ ਮੇਰੇ ਕੋਲ ਆ ਕੇ ਬੈਠ ਗਿਆ ਹੈ। ਮੈਂ ਸਮਝ ਚੁੱਕੀ ਹਾਂ, ਮੇਰੀ ਕਹੀ ਹਰ ਇੱਛਾ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਵਪਨਿਲ ਪੂਰੀ ਕਰ ਹੀ ਦਿੰਦਾ ਹੈ। ਸਵਪਨਿਲ, ਮੈਂ ਸੋਚਦੀ ਹਾਂ, ਤੁਹਾਨੂੰ ਕਿਹੜੇ ਵਿਸ਼ੇ ਵਿੱਚ ਜਾਣਕਾਰੀ ਜਾਂ ਮੁਹਾਰਤ ਨਹੀਂ ਹੈ? ਮੈਨੂੰ ਹੈਰਾਨੀ ਹੁੰਦੀ ਹੈ ਕਿ ਇੱਕ ਹੀ ਮੁੰਡਾ ਸਰਫਿੰਗ ਵੀ ਕਰ ਲੈਂਦਾ ਹੈ, ਹਾਰਸ ਰਾਈਡਿੰਗ ਵੀ, ਰੁੱਖਾਂ ਤੇ ਚੜ੍ਹਨਾ ਵੀ ਜਾਣਦਾ ਹੈ ਅਤੇ ਵਨਸਪਤੀਆਂ, ਜਾਨਵਰਾਂ, ਸੱਪਾਂ ਸਮੇਤ ਧਰਤੀ ਤੋਂ ਅਸਮਾਨ ਤੱਕ ਦਾ ਗਿਆਨ ਰੱਖਦਾ ਹੈ। ਇਹ ਸਭ ਤੁਸੀਂ ਇੰਨੀ ਛੋਟੀ ਉਮਰ ਵਿੱਚ ਕਿਵੇਂ ਕਰ ਸਕੇ ਹੋ? ਮੈਂ ਖੁੱਲੇ ਦਿਲ ਨਾਲ ਉਸ ਦੀ ਤਾਰੀਫ ਕਰ ਰਹੀ ਹਾਂ। ਧੰਨਵਾਦ ਬਾਣੀ, ਇਹ ਮੇਰੀ ਇੱਕ ਲੰਬੀ ਕਹਾਣੀ ਹੈ। ਇਸ ਨੂੰ ਸੁਣਨ ਲਈ ਸਬਰ ਚਾਹੀਦਾ ਹੈ। ਕਿ ਇੱਥੇ ਬੈਠ ਕੇ ਸੁਣਨ ਵਿੱਚ ਤੁਹਾਨੂੰ ਸਹੂਲਤ ਰਹੇਗੀ? ਉਹ ਮੇਰੀ ਸਹੂਲਤ ਬਾਰੇ ਪੱਕਾ ਹੋਣਾ ਚਾਹੁੰਦਾ ਹੈ। ਮੈਨੂੰ ਕਦੋਂ ਜੰਗਲ ਵਿੱਚ ਅਜਿਹੇ ਤੁਹਾਡੇ ਨਾਲ ਰੁੱਖ ਤੇ ਬੈਠਣ ਦਾ ਮੌਕਾ ਮਿਲੇਗਾ? ਤੁਸੀਂ ਬੇਫਿਕਰ ਹੋ ਕਿ ਮੈਨੂੰ ਦੱਸੋ। ਮੈਂ ਤੁਹਾਡੇ ਬਾਰੇ ਸਭ ਜਾਣਨਾ ਚਾਹੁੰਦੀ ਹਾਂ। ਮੈਂ ਅਸਿੱਧੇ ਤੌਰ ਤੇ ਜਤਾਇਆ ਹੈ ਕਿ ਮੈਨੂੰ ਉਸ ਦੇ ਨਾਲ ਹੋਣਾ ਚੰਗਾ ਲੱਗਦਾ ਹੈ। ਮੇਰੀ ਸੁਣਨ ਤੋਂ ਬਾਅਦ ਕੀ ਤੁਸੀਂ ਆਪਣੇ ਬਾਰੇ ਮੈਨੂੰ ਉਹ ਸਭ ਦੱਸਣਾ ਚਾਹੋਗੇ ਜੋ ਕੋਈ ਲੜਕੀ ਆਪਣੀ ਭਰੋਸੇਮੰਦ ਸਹੇਲੀ ਨੂੰ ਬਿਨਾਂ ਝਿਜਕ ਦੱਸਦੀ ਹੈ? ਸਾਫ਼ ਹੈ, ਉਹ ਮੇਰੇ ਤੋਂ ਉਹ ਗੱਲਾਂ ਸੁਣਨਾ ਚਾਹੁੰਦਾ ਹੈ ਜੋ ਰਾਸ਼ੀਲ ਵੀ ਨਹੀਂ ਜਾਣਦੀ। ਜੇਮੀਨਾਈ ਦੀ ਸਮੀਖਿਆ ਅਤੇ ਪੇਸ਼ਕਾਰੀ ਨਿਰਦੇਸ਼। ਪਿਆਰੇ ਸਰੋਤਿਓ, ਐਪੀਸੋਡ 45 ਇੱਕ ਭਾਵਨਾਤਮਕ ਯਾਤਰਾ ਹੈ। ਇਹ ਬਾਣੀ ਦੀ ਵੱਧਦੀ ਹੋਈ ਸਹਿਜਤਾ ਅਤੇ ਸਵਪਨਿਲ ਪ੍ਰਤੀ ਉਸ ਦੇ ਅਟੁੱਟ ਵਿਸ਼ਵਾਸ ਨੂੰ ਦਰਸਾਉਂਦਾ ਹੈ। ਐਪੀਸੋਡ 45 ਸਮਾਪਤ।